Like the video, subscribe to the channel and press the bell icon for latest video updates. ਸੋ ਇਸ ਲਈ ਮੇਰਾ ਜੋ ਨਿਰਣਾ ਹੈ ਇਸ ਮੂਵਮੈਂਟ ਦੇ ਪ੍ਰਤੀ ਉਹ ਉਹੀ ਧਰਮ ਤੇ ਅਧਰਮ ਤੇ ਹੋਸ਼ ਤੇ ਬੇਹੋਸ਼ੀ ਹੀ ਉਹਦਾ ਆਧਾਰ ਰਹੇਗਾ। ਐਂਡ ਮੇਰੀ ਅਪੀਲ ਹੈ ਆਪਣੇ ਵੀਰਾਂ ਨੂੰ ਕਿ ਵੀਰੋ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਓ, ਸਮਝਣ ਦੀ ਕੋਸ਼ਿਸ਼ ਕਰਿਓ। ਧਰਮ ਵੱਲ ਮੁੜੋ, ਹੋਸ਼ ਵੱਲ ਮੁੜੋ। ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵੀਰ ਦੀ ਪਾਈ ਸੀਗੀ ਹਾਂਜੀ ਆਪਣਾ ਵੀਡੀਓ ਦੇ ਵਿੱਚ ਕਿਸਾਨ ਬਿੱਲ ਆ ਤੇ ਮੈਂ ਘੱਟੋ ਘੱਟ 2-4 ਵਾਰੀ ਪੜਿਆ। ਅੱਜ ਤੱਕ ਜਿੰਨੇ ਕਿਸਾਨ ਲੀਡਰ ਨੇ ਮੈਂ ਕਿਲ ਕਿਸੇ ਦੇ ਹੱਥ ਦੇ ਵਿੱਚ ਨਹੀਂ ਦੇਖਿਆ। ਬਿੱਲ ਦੇ ਉੱਤੇ ਇਹਦੇ ਬਿੱਲ ਦੇ ਉੱਤੇ ਗੱਲ ਕਰਦਿਆਂ ਨੂੰ ਮੈਂ ਕਿਸੇ ਨੂੰ ਨਹੀਂ ਦੇਖਿਆ। ਉਹ ਗੱਲ ਕਰਦੇ ਹੁੰਦੇ ਨੇ ਬੀਜੇਪੀ ਦੀ ਗੱਲ ਕਰਦੇ ਆ, ਮੋਦੀ ਦੀ ਗੱਲ ਕਰਦੇ ਆ, ਸੈਂਟਰ ਗਵਰਨਮੈਂਟ ਦੀ ਗੱਲ ਕਰਦੇ ਆ, ਰਾਜਨੀਤੀ ਦੀ, ਕਿਉਂਕਿ ਇਹਨਾਂ ਨੂੰ ਕਿਸਾਨਾਂ ਨਾਲ ਜਾਂ ਇਸ ਬਿੱਲ ਦੇ ਨਾਲ ਕੁਝ ਲੈਣਾ ਦੇਣਾ ਹੀ ਨਹੀਂ ਹੈਗਾ। ਪਿੱਛੇ ਵੀਡੀਓ ਪਾਈ ਸੀ, ਮੇਰਾ ਖਿਆਲ ਆ ਉਹ 7-8 ਲੱਖ ਲੋਕਾਂ ਨੇ ਦੇਖੀ ਆ, ਮੇਰੇ ਯਾਦ ਨਹੀਂ ਐਗਜ਼ੈਕਟਲੀ ਕਿੰਨੇ ਬੰਦਿਆਂ ਨੇ ਦੇਖੀ ਆ। ਉਹਦੇ 'ਚ ਕਾਫੀ ਬੰਦਿਆਂ ਨੇ ਵਿਰੋਧ ਕੀਤਾ, ਮੈਨੂੰ ਬੜੇ ਫੋਨ ਆਏ। ਉਹਦੇ 'ਚ ਸਪੋਰਟ ਵਾਲੇ ਵੀ ਬਹੁਤ ਸੀ, ਵਿਰੋਧ ਵਾਲੇ ਵੀ ਕਾਫੀ ਸੀ। ਜਿਹੜੇ ਬੰਦੇ ਇਹ ਕਹਿੰਦੇ ਸੀਗੇ ਵੀ ਉਹਨਾਂ ਕੋਲ ਇੱਕੋ ਵਿਰੋਧ ਦਾ ਰੀਜਨ ਸੀ ਮੇਰੇ ਕੋਲ ਜੋ ਗੱਲ ਕੀਤੀ ਵੀ ਤੂੰ ਇਕੱਲਾ ਹੀ ਸਿਆਣਾ, ਹੋਰ ਕਿਸੇ ਨੂੰ ਪਤਾ ਨਹੀਂ ਹੈਗਾ। ਉਹ ਭਰਾਵੋ ਮੈਂ ਨਹੀਂ ਸਿਆਣਾ, ਬਿੱਲ ਦੇਖ ਲਓ ਤੁਹਾਡੇ ਸਾਹਮਣੇ ਆ। ਮੈਂ ਕਿਹੜਾ ਕਹਿਣਾ ਵੀ ਤੁਸੀਂ ਮੇਰੇ ਤੋਂ ਸਮਝੋ ਕੁਛ, ਬਿੱਲ ਤੁਹਾਡੇ ਸਾਹਮਣੇ, ਤੁਸੀਂ ਬਿੱਲ ਪੜ੍ਹ ਲਓ। ਅੱਜ ਤੱਕ ਬੀਜੇਪੀ ਦੇ ਸਪੋਰਟਰਾਂ ਨੇ ਬਿੱਲ ਵੰਡਿਆ, ਅਕਾਲੀ ਦਲ ਦੇ ਜਦੋਂ ਪਹਿਲਾਂ ਸਪੋਰਟ ਕਰਦਾ ਸੀ ਅਕਾਲੀ ਦਲ ਇਸ ਬਿੱਲ ਦੀ ਉਹਨਾਂ ਨੇ ਵੀ ਬਿੱਲ ਵੰਡਿਆ ਸੀ। ਤੇ ਕਿਉਂ ਨਹੀਂ ਕਿਸਾਨ ਲੀਡਰ ਬਿੱਲ ਵੰਡਦੇ? ਮੈਂ ਕਿਸਾਨ ਯੂਨੀਅਨ ਨੂੰ ਮੈਂ ਦਾਅਵਾ ਕਰਦਾ ਮੈਂ 5 ਲੱਖ ਤੱਕ ਦਿੰਦਾ ਕਿਸਾਨ ਯੂਨੀਅਨ ਨੂੰ। ਜਿੰਨਾ ਖਰਚਾ ਆਊਗਾ ਬਿੱਲ, ਇਹ ਬਿੱਲ ਦੀਆਂ ਕਾਪੀਆਂ ਕਰਾ ਕੇ ਪੰਜਾਬ ਦੇ ਵਿੱਚ ਵੰਡਣ, ਕਿਸਾਨਾਂ ਤੱਕ ਪਹੁੰਚਾਉਣ, ਕਿਸਾਨਾਂ ਨੂੰ ਦੇਣ, ਕਿਸਾਨ ਪੜ੍ਹ ਕੇ ਇਹਦਾ ਵਿਰੋਧ ਕਰਨ। ਮੈਂ ਕਹਿੰਦਾ ਹਾਂ ਠੀਕ ਆ, ਕਰੋ ਵਿਰੋਧ, ਪੜ੍ਹ ਕੇ ਕਰੋ। ਅੱਧਾ ਖਰਚਾ ਮੈਂ ਚੁੱਕਦਾ। ਦੱਸੋ ਕਿਹੜੀ ਕਿਸਾਨ ਯੂਨੀਅਨ ਮੇਰੇ ਨਾਲ ਲੱਗਣਾ ਚਾਹੁੰਦੀ ਹੈ? ਮੈਂ ਕਰਦਾ। ਕਿਸਾਨ ਯੂਨੀਅਨ ਦਾ ਕੰਮ ਹੋਊਗਾ ਬਿੱਲ ਨੂੰ ਪ੍ਰਿੰਟ ਕਰਾਉਣਾ, ਵੰਡਣਾ, ਜੋ ਤੇ ਖਰਚਾ ਆਊਗਾ ਮੈਂ ਉਹ ਖਰਚੇ ਦਾ ਅੱਧ ਇਕੱਲਾ ਹੀ ਦਊਂਗਾ। ਉਹ ਵੰਡੋ ਤਾਂ ਸਹੀ, ਦੱਸੋ ਤਾਂ ਸਹੀ ਕਿ ਵੀ ਇਹ ਅਸੀਂ ਕਰਨਾ ਹੈ ਕੀ, ਇਹ ਕਾਨੂੰਨ ਕੀ ਨੇ? ਇਹ ਕਿਸੇ ਨੂੰ ਪਤਾ ਹੀ ਨਹੀਂਗਾ। ਬਸ ਇੱਕ ਹੋਕਾ ਦੇ ਦਿੱਤਾ ਕਿ ਤੁਹਾਡੀ ਜ਼ਮੀਨ ਖੋਹ ਲੈਣੀ ਅਡਾਨੀ ਅੰਬਾਨੀ ਨੇ। ਇਹ ਤੋਂ ਮੈਨੂੰ ਯਾਦ ਆ ਗਿਆ, ਮੈਂ 2 ਮਿੰਟ ਹੋਰ ਲੈਣੇ ਚਾਹਾਂਗਾ। ਨੋ ਮੀਸ਼ੇ ਦੀ ਕਵਿਤਾ ਹੈ, ਪੱਤੀ ਪੱਤੀ ਵਲੂੰਦਰੀ ਗਈ ਉਸਦੀ, ਸ਼ਰਫ ਕਰਦਾ ਸੀ ਜਿਸ ਪੰਜਾਬ ਦੀ ਗੱਲ। ਜੀ ਇਹ ਪੰਜਾਬ ਜਿਹੜਾ ਲੇਹ ਲਦਾਖ ਤੋਂ ਲੈ ਕੇ ਦਿੱਲੀ ਤੱਕ ਸੀ, ਉਹ ਵਲੂੰਦਰ ਹੋਣ ਤੋਂ ਬਾਅਦ ਪਠਾਨਕੋਟ ਤੋਂ ਲੈ ਕੇ ਸ਼ੰਭੂ ਤੱਕ ਰਹਿ ਗਿਆ। ਜੀ ਉਹ ਪੰਜਾਬ ਜਿਸ ਦੇ ਵਿੱਚ ਕਿਸੇ ਜ਼ਮਾਨੇ OCM ਮਿਲ, ਧਾਲੀਵਾਲ ਮਿਲ, ਬਾਬਾ ਸਕਿਨ ਕੰਪਨੀ, APJ ਮਿੱਤਲ, ਮੁੰਜਲ, ਅਗਰਵਾਲ ਬੜੇ ਸੋਹਣੇ ਇੰਡਸਟਰੀ ਚਲਾ ਰਹੇ ਸੀਗੇ। ਪੰਜਾਬ 'ਚ ਕੋਈ ਇੰਡਸਟਰੀ ਨਹੀਂ ਰਹੀ। ਐਗਰੀਕਲਚਰ ਦੇ ਵਿੱਚ ਵੀ ਅਸੀਂ ਹਿਮਾਚਲ ਤੋਂ ਵੀ ਪਿੱਛੇ ਰਹਿ ਗਏ। ਅੱਜ ਪੰਜਾਬ ਦੀ ਪੋਜੀਸ਼ਨ ਟੋਟਲ ਹਿੰਦੁਸਤਾਨ 'ਚ 15ਵੀਂ ਆ। ਜੀ ਐਜੂਕੇਸ਼ਨ ਬੈਕਵਰਡਨੈਸ, ਇੰਡਸਟਰੀਅਲ ਬੈਕਵਰਡਨੈਸ, ਐਗਰੀਕਲਚਰ ਅਸੀਂ ਪਿੱਛੇ ਰਹਿ ਗਏ। ਇਹਦਾ ਕੌਣ ਜ਼ਿੰਮੇਵਾਰ ਆ? ਉੱਪਰੋਂ ਅਸੀਂ ਕਹਿੰਦੇ ਹੈਗੇ ਆ ਕਿ ਅਸੀਂ ਕਿਸੇ ਨੂੰ ਵੀ ਐਂਟਰਪ੍ਰੀਨਰ ਨੂੰ ਇੱਥੇ ਵੜ ਨਹੀਂ ਦੇਣਾ। ਸਿੱਖ ਡੋਮੀਨੈਂਟ ਨੇ। ਮੈਂ ਇਹਨਾਂ ਨੂੰ ਸਵਾਲ ਪੁੱਟ ਕਰਦਾ ਹਾਂ कि तू इधर उधर की बात मत कर, बात तो तेरी रहबरी की है। ये तो बता जे कारबा क्यों लुटा, ये पंजाब अज क्यों बर्बाद होया, इकनॉमिक बर्बरता पंजाब दी, ये वलुंदरी गई मानसिकता, वलुंदरी गई आर्थिकता क्यों हुई? जवाब उसका पर साहब एक ही है, अधर्म ते बेहोशी। ਡਾਕਟਰ ਜਸਵੀਰ ਸਿੰਘ ਦੋਸਾਂਝ ਜੀ, ਤੁਸੀਂ ਭਾਵੇਂ ਮੈਡੀਕਲ ਸਾਈਡ ਦੇ MD ਡਾਕਟਰ ਹੋ, ਪਰ ਉਹਦੇ ਨਾਲ ਨਾਲ ਇੱਕ ਕਿਸਾਨ ਵੀ ਹੋ, ਆਪਣੇ ਖੇਤਾਂ ਵਿੱਚ ਆਪ ਖੇਤੀ ਕਰਦੇ ਹੋ। ਕਿਸਾਨੀ ਸਟਰਗਲ ਚੱਲ ਰਿਹਾ, ਤੁਹਾਨੂੰ ਪਤਾ ਅੱਜ 70ਵਾਂ ਦਿਨ ਹੋ ਗਿਆ। ਕੀ ਕਹਿਣਾ ਚਾਹੁੰਦੇ ਹੋ? ਇਹ ਬਿੱਲ ਕਾਨੂੰਨ ਜਿਹੜੇ ਮੋਦੀ ਸਾਹਿਬ ਨੇ ਬਣਾਏ ਹੈਗੇ ਆ, ਇਹ ਕਿਸਾਨਾਂ ਦੇ ਫੇਵਰ ਆ, ਅਗੇਂਸਟ ਆ, ਜਾਂ ਕੀ ਤੁਸੀਂ ਇਹਦੇ ਬਾਰੇ ਟਿੱਪਣੀ ਹੈ ਤੁਹਾਡੀ? ਸਭ ਤੋਂ ਪਹਿਲਾਂ
अध्यात्म निकेतन जलंधर वालों आप सबका अभिनंदन। मैं आप सबके बीच स्व प्रकाशमान ज्योत को प्रणाम करता हूँ। ਥੈਂਕ ਯੂ ਸਰ। ਭਾਰ ਸਾਹਿਬ, ਆਪਾਂ ਪਿਛਲੇ 3 ਐਪੀਸੋਡ ਦੇ ਵਿੱਚ ਜੀਵਨ ਦੇ ਰਹੱਸ ਨੂੰ, ਇਸ ਕੌਨਸ਼ੀਅਸਨੈਸ ਨੂੰ, ਬਾਡੀ ਨੂੰ, ਸਮਾਜ ਨੂੰ, ਐਗਜ਼ਿਸਟੈਂਸ ਨੂੰ ਲੈ ਕੇ ਕੋਈ ਬੁਨਿਆਦੀ ਅੰਡਰਸਟੈਂਡਿੰਗ ਦੀਆਂ ਗੱਲਾਂ ਕੀਤੀਆਂ। ਜੀ ਸੋ ਆਪਣੀ ਜੋ ਡਿਸਕਸ਼ਨ ਦੀ ਬੁਨਿਆਦ ਹੈ ਉਹ ਵਾਸਤਵਿਕ ਧਰਮ ਤੇ ਅਧਿਆਤਮ ਹੀ ਰਹੇਗੀ। ਜੀ ਜੀ ਇਹ ਮੈਨੂੰ ਕਿਉਂ ਕਹਿਣਾ ਪੈ ਰਿਹਾ, ਕਿਉਂਕਿ ਜਦ ਤੱਕ ਸਾਨੂੰ ਵਾਸਤਵਿਕ ਧਰਮ ਦੀ ਔਰ ਅਧਿਆਤਮ ਦੀ ਸਮਝ ਨਹੀਂ, ਮਨੁੱਖ ਦੇ ਦਿਮਾਗ 'ਚ ਇਹ ਚੀਜ਼ ਫਸੀ ਰਹਿੰਦੀ ਹੈਗੀ ਆ ਕਿ ਇਹ ਸਮਾਜ ਮੈਂ ਚਲਾ ਰਿਹਾ। ਹਾਂਜੀ ਇਹ ਕਾਰੋਬਾਰ, ਇਹ ਸਮਾਜ, ਇਹ ਰਾਜਨੀਤੀ, ਇਹ ਸਾਰਾ ਜੋ ਵੀ ਸੰਸਥਾਵਾਂ ਨੇ, ਜੋ ਕੁਝ ਵੀ ਦੇਖਣ ਨੂੰ ਇਸ ਸਮਾਜ ਦੇ ਵਿੱਚ ਦਿਸ ਰਿਹਾ ਹੈ, ਸਾਡੇ ਸਾਹਮਣੇ ਹੈ, ਜੀ ਇੱਕ ਅਧਾਰਮਿਕ ਵਿਅਕਤੀ ਸਮਝਦਾ ਕਿ ਇਹ ਮੈਂ ਕਰ ਰਿਹਾ। ਜੀ ਜੇ ਧਰਮ ਤੇ ਅਧਰਮ ਦੇ ਵਿਚਕਾਰ ਜੋ ਡਿਫਰੈਂਸ ਹੈ ਉਸ ਦੀ ਮਨੁੱਖ ਨੂੰ ਸਮਝ ਆ ਜਾਵੇ ਜੀ ਤਾਂ ਮੈਂ ਕਹਾਂਗਾ ਕਿ 3 ਚੀਜ਼ਾਂ ਦੀ ਅਨੁਭੂਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਫਾਰਮਰਸ ਦੇ ਬਿੱਲ ਉੱਪਰ ਮੌਜੂਦਾ ਪੋਲੀਟੀਕਲ ਜੋ ਵੀ ਹਾਲਾਤ ਨੇ ਉਹਨਾਂ ਉੱਪਰ ਆਪਾਂ 2 ਮਿੰਟ ਬਾਅਦ ਹਾਂ ਕੋਈ ਗੱਲ ਗੱਲਬਾਤ ਕਰਾਂਗੇ। ਜੀ ਜੀ ਪਹਿਲਾਂ ਮੈਂ 2 ਮਿੰਟ ਲਾਉਣੇ ਚਾਹੁੰਦਾ ਕਿ 3 ਚੀਜ਼ਾਂ ਨੂੰ ਮਨੁੱਖ ਅਗਰ ਸਮਝ ਲਵੇ ਤਾਂ ਨਾਨਕ ਦੇ ਹੁਕਮ ਦੀ ਸਮਝ ਆ ਜਾਂਦੀ ਹੈ। ਹਾਂਜੀ ਉਹ 3 ਚੀਜ਼ਾਂ ਹਨ ਨਿਜਤੀ, ਨਿਮਿਤ ਤੇ ਸਵੀਕ੍ਰਿਤੀ। ਜੀ ਇਹਨਾਂ ਨੂੰ ਐਕਸਪਲੇਨ ਕਰ ਦਿਓ ਸਿੰਪਲ ਟਰਮਸ ਵਿੱਚ। ਸਿੰਪਲ ਟਰਮ ਇਸ ਤਰ੍ਹਾਂ ਹੈ, ਨਿਜਤੀ ਵਿਦਾਤਾ ਦਾ ਇੱਕ ਨਿਯਮ ਹੈ, ਆਲਮਾਈਟੀ ਆਦਿ ਸ਼ਕਤੀ ਦਾ ਇੱਕ ਅਟਰਨਲ ਨਿਯਮ ਹੈ। ਜੀ ਉਸ ਨਿਯਮ ਦੇ ਤਹਿਤ ਜਿੱਦਾਂ ਆਪਾਂ ਪਿਛਲੀ ਵਾਰ ਐਵੋਲੂਸ਼ਨਰੀ ਪ੍ਰੋਸੈਸ ਦੀ ਵੱਖ ਵੱਖ ਸਟੇਜਸ ਨੂੰ ਲਿਆ ਸੀ, ਜੀ ਜੀ ਉਸ ਨਿਯਮ ਦੇ ਤਹਿਤ ਹੀ ਇਹ ਐਵੋਲੂਸ਼ਨਰੀ ਪ੍ਰੋਸੈਸ ਵਿਚਰਦਾ, ਹਾਂਜੀ ਜਿਹਨੂੰ ਅਸੀਂ ਦ ਫੇਜ਼ ਆਫ ਕ੍ਰੀਏਸ਼ਨ ਕਿਹਾ ਜਾਂ ਸ੍ਰਿਸ਼ਟੀ ਕਿਹਾ। ਹਾਂਜੀ ਇਸ ਸ੍ਰਿਸ਼ਟੀ ਦੇ ਫੇਜ਼ ਦੇ ਵਿੱਚ ਆਪਾਂ ਜੋ ਵੀ ਪ੍ਰਾਣੀ ਹਾਂ, ਇਹ ਉਸ ਆਦਿ ਸ਼ਕਤੀ ਜਾਂ ਆਲਮਾਈਟੀ ਜੋ ਸ਼ਕਤੀ ਹੈ ਸਾਡੀ ਵਿਦਾਤਾ ਜਿਹਨੂੰ ਅਸੀਂ ਕਹਿ ਦਿੰਦੇ ਆ, ਜਾਂ ਅਟਰਨਲ ਨਿਯਮ ਜਿਸ ਨੂੰ ਅਸੀਂ ਕਹਿ ਦਿੰਦੇ ਆ, ਜੀ ਜੀ ਉਸ ਨਿਜਤੀ ਤੇ ਅਸੀਂ ਮੋਹਰੇ ਹਾਂ। ਜੀ ਜਾਂ ਇੱਕ ਉਹ ਕੀ ਕਹਿੰਦੇ ਹੈਗੇ ਆ, ਨਾਚ ਕਿਹੜਾ ਹੁੰਦਾ ਯਾਰ, ਕਹਿਣਾ ਜੀ ਨਾਚਣ ਚਾਹੇ ਜਾ ਰਿਹਾ। ਚਲੋ, ਹਾਂਜੀ ਹਰ ਪ੍ਰਾਣੀ ਨਿਜਤੀ ਦੇ ਹੱਥਾਂ ਦਾ ਮੋਹਰਾਇਆ ਹੈ। ਜੀ ਜੀ ਉਹ ਨਚਾਰਿਆ, ਨਿਜਤੀ ਜਿਸ ਤਰੀਕੇ ਦੇ ਨਾਲ ਮਨੁੱਖ ਨੂੰ ਨਚਾਉਣਾ ਚਾਹੁੰਦੀ ਹੈਗੀ ਆ ਉਹ ਨਚਾ ਰਹੀ ਇਨਸਾਨ ਹੈਗੀ, ਨੱਚ ਰਿਹਾ। ਉਹਨੂੰ ਇੱਕ ਨਿਰਧਾਰਿਤ ਪਾਰਟ ਜੋ ਦਿੱਤਾ ਹੋਇਆ ਨਿਜਤੀ ਨੇ, ਉਹ ਮਨੁੱਖ ਹਰ ਪ੍ਰਾਣੀ ਕੀ, ਪਲਾਂਟ ਕੀ, ਦੂਸਰੇ ਤੀਸਰੇ ਵੀ ਹਰ ਚੀਜ਼ ਇਸ ਐਗਜ਼ਿਸਟੈਂਸ ਦੇ ਵਿੱਚ ਨਿਜਤੀ ਦੇ ਹੁਕਮ ਦੇ ਮੁਤਾਬਕ ਆਪਣਾ ਰੋਲ ਨਿਭਾ ਰਹੀ ਹੈ। ਜੀ ਸੋ ਮਨੁੱਖ ਇਸ ਤਰੀਕੇ ਨਾਲ ਇੱਕ ਸਿਰਫ ਅਦਾਕਾਰ ਬਣ ਕੇ ਰਹਿ ਜਾਂਦਾ, ਔਰ ਇਸੇ ਨੂੰ ਅਸੀਂ ਨਿਮਿਤ ਆਖਦੇ ਹਾਂ। ਬਿਲਕੁਲ ਠੀਕ। ਭਾਵ, ਮਾਧਿਅਮ, ਉਪਕਰਨ, ਇੰਸਟਰੂਮੈਂਟ ਇਨ ਦਾ ਹੈਂਡਸ ਆਫ ਦਾ ਆਲਮਾਈਟੀ। ਇਹ ਮਨੁੱਖ ਹੈ, ਇਸ ਤੋਂ ਪਰੇ ਮਨੁੱਖ ਨਹੀਂ। ਜੀ ਇਸ ਚੀਜ਼ ਦੀ ਸਮਝ ਆ ਜਾਏ ਤਾਂ ਤੀਸਰਾ ਜੋ ਹੈ ਸਵੀਕ੍ਰਿਤੀ, ਸਰੈਂਡਰ ਬਿਫੋਰ ਦਾ ਆਲਮਾਈਟੀ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ ਇਸ ਨੂੰ ਹੋਰ ਸੰਖੇਪ ਵਿੱਚ ਆਪਾਂ ਸਮਝੀਏ ਤਾਂ ਨਾਨਕ ਦੀ ਦੂਸਰੀ ਪੌੜੀ ਜਪਜੀ ਸਾਹਿਬ ਦੀ, ਜੋ ਨਾਨਕ ਬੋਲਦੇ ਨੇ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕੋਈ ਇਹ ਜੋ ਹੁਕਮ ਹੈ ਉਹ ਨਿਜਤੀ ਹੀ ਹੈ। ਹੁਕਮ ਅਟਰਨਲ ਨਿਯਮ, ਪਰਮ ਨਿਯਮ, ਅਟਰਨਲ ਲਾ ਨੂੰ ਨਾਨਕ ਹੁਕਮ ਕਹਿੰਦੇ ਨੇ।
ਅਗਰ ਇਸ ਦੀ ਸਮਝ ਆ ਜਾਏ ਕਿ ਅਸੀਂ ਤਾਂ ਸਾਰੇ ਉਸ ਨਿਯਤੀ ਦੇ ਬਣਾਏ ਹੋਏ ਮੋਹਰੇ ਹਾਂ, ਉਪਕਰਨ ਹਾਂ, ਮਾਧਿਅਮ ਉਹਦਾ ਅਸੀਂ ਬਣ ਗਏ ਸੀ, ਉਪਕਰਨ ਬਣ ਗਏ ਸੀ, ਆਪਣਾ ਪਾਰਟ ਪਲੇ ਕਰ ਰਹੇ ਹਾਂ ਐਜ਼ ਐਨ ਐਕਟਰ। ਜੀ ਜੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿ ਨਾ ਕੋਏ। ਮੈਂ ਕਿਹਾ ਹਉਮੈ ਇੱਕ ਇਹੋ ਜਿਹੀ ਸ਼ੈ ਹੈ ਜੀ ਜਿਹੜਾ ਇਸ ਪਰਮਾਤਮਾ ਦੇ ਨਾਲ ਜਾਂ ਆਦਿ ਸ਼ਕਤੀ ਦੇ ਨਾਲ ਜਾਂ ਨਿਯਤੀ ਦੇ ਨਾਲ ਜਾਂ ਹੁਕਮ ਦੇ ਨਾਲ ਸਿੱਧਾ ਟਕਰਾਓ ਹੈ, ਵੈਰ ਹੈ, ਇੱਟ ਕੁੱਤੇ ਦਾ ਵੈਰ ਹੈ। ਜੀ ਜਿੱਥੇ ਹਉਮੈ ਹੋਏਗਾ ਉੱਥੇ ਪਰਮਾਤਮਾ ਨਾਲ ਸੰਬੰਧਿਤ ਇਹ ਕੀ ਕੌਨਸ਼ੀਅਸਨੈਸ ਤੇ ਕੀ ਨਿਯਤੀ ਤੇ ਕੀ ਹੁਕਮ ਦੇ ਮਾਇਨੇ ਕੋਈ ਨਹੀਂ ਰਹਿ ਜਾਂਦੇ। ਜੀ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਦੀ ਡਿਵੈਲਪਮੈਂਟ ਦੇ ਨਾਲ ਮਾਡਰਨ ਫਿਲਾਸਫੀ, ਮਾਡਰਨ ਸਾਈਕੋਲੋਜੀ ਆਏ, ਖੋਜ ਹੋਈ, ਮਟੀਰੀਅਲ ਪ੍ਰੋਸਪੈਰਿਟੀ ਹੋਈ, ਬੜੀਆਂ ਖੋਜਾਂ ਹੋਈਆਂ। ਇਹਨਾਂ ਸਭ ਨੇ ਮਨੁੱਖ ਨੂੰ ਇੱਕ ਚੀਜ਼ ਦੇ ਦਿੱਤੀ, ਉਹ ਹੈ ਹਉਮੈ। ਹਉਮੈ ਇਸ ਵਕਤ ਹੁਣ ਆਪਾਂ ਆ ਜਾਈਏ ਮੌਜੂਦਾ ਹਾਲਾਤ ਦੇ ਉੱਪਰ। ਹਾਂਜੀ, ਕਿਸਾਨੀ ਦੇ ਹਾਲਾਤ ਤੇ। ਇਸ ਹਉਮੈ ਦੇ ਵਿੱਚੋਂ ਹੀ ਇਹ ਜੋ ਵਰਤਾਰਾ ਹੈ ਰਾਜਨੀਤੀ ਦਾ, ਇਹ ਪੈਦਾ ਹੁੰਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਤੋਂ ਬਗੈਰ ਸਮਾਜ ਨਹੀਂ ਚੱਲਦਾ। ਪੋਲੀਟੀਕਲ ਸੁਪਰ ਸਟਰਕਚਰ ਹੀ ਜਿਹੜੀਆਂ ਆਪਣੀਆਂ ਸੰਸਥਾਵਾਂ ਕੱਢਦੀ ਆ, ਹਾਂਜੀ ਉਹ ਸੰਸਥਾਵਾਂ ਨੂੰ ਸਾਡੇ ਉੱਪਰ ਥੋਪਦੀ ਆ, ਉਹਨਾਂ ਸੰਸਥਾਵਾਂ ਰਾਹੀਂ ਸਾਨੂੰ ਇਹ ਚਲਾਉਂਦੀ ਆ ਤੇ ਅਸੀਂ ਇਹ ਜੀਵਨ ਬਤੀਤ ਕਰਦੇ ਆ। ਜੀ ਪਿਛਲੇ 2-3 ਐਪੀਸੋਡ 'ਚ ਆਪਾਂ ਜਿੱਥੇ ਧਰਮ ਤੇ ਅਧਰਮ ਦੇ ਵਿੱਚ ਡਿਫਰੈਂਸਿਸ ਨੂੰ ਡਿਸਕਸ ਕਰਦੇ ਸੀਗੇ, ਉੱਥੇ ਅਨਕੌਂਸ਼ੀਅਸਨੈਸ, ਬੇਹੋਸ਼ੀ ਤੇ ਕੌਂਸ਼ੀਅਸਨੈਸ, ਹੋਸ਼ ਨੂੰ ਵੀ ਆਪਾਂ ਧੁਰਾ ਬਣਾਇਆ। ਜੀ ਇਹ ਜੋ ਹੰਕਾਰ ਹੈ ਸਮਾਜ ਦੇ ਵਿੱਚ, ਇਹਦੀ ਬੁਨਿਆਦ ਹੈ ਅਨਕੌਂਸ਼ੀਅਸਨੈਸ। ਜੀ ਮਨੁੱਖ ਦਾ ਬੇਹੋਸ਼ ਹੋਣਾ ਇਹ ਹੰਕਾਰ ਨੂੰ ਜਨਮ ਦਿੰਦਾ। ਹਾਂਜੀ ਪਰ ਸਾਹਿਬ, ਅਗਰ ਮਨੁੱਖ ਹੋਸ਼ਮਈ ਹੋ ਜਾਵੇ, ਉਹਨੂੰ ਕੋਈ ਵੀ ਵਿਅਕਤੀ ਭੇਡ ਦੀ ਤਰ੍ਹਾਂ ਹੱਕ ਨਹੀਂ ਸਕਦਾ। ਜੀ ਚਾਹੇ ਉਹ ਪੋਲੀਟੀਕਲ ਪਾਰਟੀ ਹੈ, ਚਾਹੇ ਕੋਈ ਗੁਰੂ ਹੈ, ਬਾਬਾ ਹੈ, ਚਾਹੇ ਕੋਈ ਵੀ ਕਿਸੇ ਪ੍ਰਕਾਰ ਦੀ ਐਜੀਟੇਸ਼ਨ ਹੈ, ਮੂਵਮੈਂਟ ਹੈ, ਕੋਈ ਲੀਡਰਸ਼ਿਪ ਹੈ। ਹੰਕਾਰ ਐਂਡ ਅਨਕੌਂਸ਼ੀਅਸਨੈਸ ਬੇਹੋਸ਼ ਮਨੁੱਖ ਨੂੰ ਜਿਹੜਾ ਮਰਜੀ ਵਿਅਕਤੀ ਭੇਡ ਦੀ ਤਰ੍ਹਾਂ ਹੱਕ ਕੇ ਲੈ ਜਾਵੇ, ਬਿਲਕੁਲ ਠੀਕ ਹੈ। ਇਹ ਮਨੁੱਖ ਦੀ ਬੇਹੋਸ਼ੀ ਹੈ। ਐਂਡ ਬੇਹੋਸ਼ੀ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬੇਹੋਸ਼ੀ ਦਾ ਸੰਬੰਧ ਮਨੁੱਖ ਦੇ ਹੰਕਾਰ ਦੇ ਨਾਲ ਸਿੱਧਾ ਆ। ਜੀ ਐਂਡ ਮਨੁੱਖ ਦਾ ਹੰਕਾਰ ਕੀ ਚੀਜ਼ ਹੈ? ਮਨੁੱਖ ਦੀ ਹੀਣ ਭਾਵਨਾ। ਹੀਣ ਭਾਵਨਾ ਬੁਨਿਆਦ ਹੈ ਜਿਹਦੇ ਵਿੱਚੋਂ ਜੈਲਸੀ ਜਾਂ ਨਫ਼ਰਤ ਤੇ ਵਾਇਲੈਂਸ ਤੇ ਇਹ ਹੰਕਾਰ ਪੈਦਾ ਹੁੰਦੇ ਨੇ। ਹੀਣ ਭਾਵਨਾ ਤੋਂ। ਹੀਣ ਭਾਵਨਾ ਤੋਂ। ਠੀਕ ਠੀਕ। ਸਭ ਬਿਮਾਰੀ ਦੀ ਜੜ ਜੋ ਮਨੁੱਖ ਦੀ ਹੈ ਉਹ ਇਹ ਹੈ ਕਿ ਇਹਦੇ ਪਾਸ ਆਹ ਚੀਜ਼ ਹੈ, ਮੇਰੇ ਪਾਸ ਨਹੀਂ। ਉਹ ਆਪਣੀ ਹੀਣ ਭਾਵਨਾ ਦੀ ਪੂਰਤੀ ਲਈ, ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ। ਹਾਂਜੀ ਤੁਸੀਂ ਇੱਕ ਸਾਇੰਟਿਸਟ ਹੋ, ਹਾਂਜੀ ਮਾਈਕਰੋਬਾਇਓਲੋਜਿਸਟ ਹੋ, ਹਾਂਜੀ ਨੈਚੁਰਲਪੈਥ ਹੋ, ਹਾਂਜੀ ਤੁਸੀਂ ਇੱਕ ਬਹੁਤ ਸ਼ਾਨਦਾਰ ਦੂਰਦਰਸ਼ਨ ਦੀ ਐਜ਼ ਅ ਡਾਇਰੈਕਟਰ ਜੌਬ ਕੀਤੀ। ਹਾਂਜੀ ਮੈਂ ਡਾਕਟਰ ਹਾਂ, ਹਾਂਜੀ ਆਪਣੇ ਤਰੀਕੇ ਨਾਲ ਬਤੀਤ ਕਰ ਰਿਹਾ। ਜੀ ਕੋਈ ਇੰਜੀਨੀਅਰ ਹੈ, ਕੋਈ EMPLOYED ਹੈ, ਕੋਈ ਬਿਜ਼ਨਸਮੈਨ ਹੈ, ਕੋਈ ਆਰਮੀ 'ਚ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ। ਜੀ ਅਸੀਂ ਸਭ ਨੇ ਆਪਣੀ ਐਜੂਕੇਸ਼ਨ, ਆਪਣੀ ਟੈਲੈਂਟ ਨੂੰ ਵਰਤ ਕੇ ਇਸ ਜੀਵਨ ਨੂੰ ਉਪਯੋਗੀ ਬਣਾਉਣ ਦਾ ਆਧਾਰ ਬਣਾਇਆ। ਬਿਲਕੁਲ ਠੀਕ ਹੈ। ਬਹੁਤ ਦੇਰ ਪਹਿਲਾਂ ਦੀ ਗੱਲ ਹੈਗੀ ਆ ਕਿ ਮੈਂ ਉਦੋਂ ਮਾਲਟੋਨ ਪ੍ਰੈਕਟਿਸ ਕਰਦਾ ਹੁੰਦਾ ਸੀਗਾ। ਇੱਕ ਲੜਕਾ ਮੇਰੇ ਪਾਸ ਟ੍ਰੀਟਮੈਂਟ ਲੈਣ ਆਇਆ। ਹਾਂਜੀ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਤਾਂ ਬੜਾ ਸਮਾਰਟ ਮੁੰਡਾ। ਤੇ ਮੈਂ ਇਹਨੂੰ ਪੁੱਛਿਆ, ਨਾਂ ਨੂੰ ਪੁੱਛਿਆ, ਮੈਂ ਕਿਹਾ ਬੇਟਾ ਜੀ ਕੀ ਕਰਦੇ ਹੋ? ਕਹਿੰਦਾ ਜੀ ਮੈਂ ਯੂਥ ਕਾਂਗਰਸ ਦਾ ਲੀਡਰ ਹਾਂ। ਹਾਂਜੀ ਯੂਥ ਕਾਂਗਰਸ ਦਾ ਲੀਡਰ ਤਾਂ ਠੀਕ ਹੋ, ਪਰ ਕਰਦੇ ਕੀ ਹੋ? ਹਾਂ ਕਹਿੰਦਾ ਜੀ ਲੀਡੀ ਦੇ ਵਿੱਚੋਂ ਨਹੀਂ ਵੇਰ ਮਿਲਦਾ। ਮੈਂ ਸਿਰਫ ਕਰਕੇ ਆਖ ਰਿਹਾ, ਉਹ ਨਾ ਪੜਿਆ, ਨਾ ਕੋਈ ਕੰਮ ਕਰਦਾ,
ਲੇਕਿਨ ਲੀਡਰ ਬਣ ਗਿਆ। ਕਿਉਂ? ਕਿ ਸਭ ਤੋਂ ਆਸਾਨ ਸੀੜੀ ਅਗਰ ਕੋਈ ਹੈ ਉਹ ਲੀਡਰ ਹੀ ਹੈ। ਆਪਣਾ ਹੰਕਾਰ ਪੂਰਤੀ ਦੀ ਪੌੜੀ ਚੜ੍ਹਨ ਦੀ, ਉਹ ਰਾਜਨੀਤੀ ਆ। ਰਾਜਨੀਤੀ, ਬਿਲਕੁਲ ਠੀਕ ਹੈ। ਹੁਣ ਰਾਜਨੀਤੀ ਤੋਂ ਬਗੈਰ ਸਰਦਾ ਨਹੀਂ। ਰਾਜਨੀਤੀ ਹੁਣ ਕਿਹੋ ਜਿਹੀ ਹੋਵੇ? ਕਿ ਰਾਜਨੀਤੀ ਲੋਕ ਹਿੱਤੀ ਹੋਵੇ ਕਿ ਲੋਕਾਂ ਦੀ ਵਿਰੋਧੀ ਹੋਵੇ? ਹਾਂਜੀ। ਅਨਫੋਰਚੂਨੇਟਲੀ ਜਿਹੜੇ ਮਨੁੱਖ ਆਊਟ ਆਫ ਇਨਫੀਰੀਅਰਿਟੀ ਕੰਪਲੈਕਸ ਆਪਣੀ ਈਗੋ ਦੀ ਸੈਟੀਸਫੈਕਸ਼ਨ ਲਈ, ਹੋਰ ਧਨ ਦੌਲਤ ਕਮਾਉਣ ਲਈ, ਹੋਰ ਪਦ ਪ੍ਰਤਿਸ਼ਠਾ ਦੀ ਦੌੜ ਦੇ ਵਿੱਚ ਹੰਕਾਰ ਪੂਰਤੀ ਲਈ ਆਉਂਦੇ ਨੇ ਰਾਜਨੀਤੀ ਵਿੱਚ, ਉਹ ਇੱਕ ਬਹੁਤ ਖਤਰਨਾਕ ਸਵਾਰਥ ਨੂੰ, ਏਕਾਧਿਕਾਰਤਾ ਨੂੰ, ਐਕਸਪਲਾਇਟੇਸ਼ਨ ਨੂੰ ਜਨਮ ਦਿੰਦੇ ਆ। ਮੇਰੇ ਖਿਆਲ 95% ਸਾਡੇ ਰਾਜਨੀਤਾ ਇਸੇ ਉਹ ਆਪਾਂ 70 ਸਾਲ 'ਚ ਦੇਖੇ ਨਾ ਸਾਰੇ, ਤਾਂ ਕਹਿੰਦੇ ਆ। ਹਾਂਜੀ। ਪਿਛਲੇ 70 ਸਾਲ ਦੀ ਰਾਜਨੀਤੀ ਦੇ ਵਿੱਚ ਅਸੀਂ ਰਾਜਨੀਤਾ ਹੀ ਇਹੋ ਜਿਹੇ ਦੇਖੇ ਜਿਹੜੇ ਕਿ ਸੈਂਟਰ ਦੇ ਵਿੱਚ ਪ੍ਰਾਈਮ ਮਿਨਿਸਟਰ ਐਂਡ ਵੇਰੀਅਸ ਕੈਬਨਿਟ ਮਿਨਿਸਟਰ ਹੋਣ ਦੇ ਬਾਵਜੂਦ ਵੀ ਜੀ ਜਿੱਥੇ ਕੋਈ ਪੈਸੇ ਦੀ ਕੋਈ ਕਮੀ ਨਹੀਂ ਸੀ, ਹਾਂਜੀ, ਲੇਕਿਨ ਉਹਨਾਂ ਦੇ ਅਰਬਾਂ ਦੇ ਘਪਲੇ, ਸਕੈਂਡਲ, ਸਕੈਮ ਉਹ ਨਿਕਲ ਗਿਆ ਹੈ। ਉਹ ਸੈਂਟਰ ਦੇ ਮਿਨਿਸਟਰਾਂ ਦੇ ਕੋਲੋਂ ਜਦੋਂ ਇਹ ਚੀਜ਼ ਨਿਕਲਦੀ ਹੈਗੀ ਕਰਪਸ਼ਨ ਦੀ, ਸਵਾਰਥ ਦੀ, ਤਾਂ ਉਹ ਹੇਠਾਂ ਤੱਕ ਲੋਕਾਂ ਤੱਕ ਜਾਂਦੀ ਆ। ਬਿਲਕੁਲ ਠੀਕ ਹੈ। ਇਹ ਇੱਕ ਨੈਗੇਟਿਵ ਰਾਜਨੀਤੀ ਸੀ। ਰਾਜਨੀਤੀ ਤੋਂ ਬਗੈਰ ਫਿਰ ਮੈਂ ਕਹਾਂ ਗੱਲ ਨਹੀਂ ਚੱਲਦੀ, ਲੇਕਿਨ ਅਗਰ ਪੋਜ਼ਿਟਿਵ ਰਾਜਨੀਤੀ ਹੋ ਜਾਏ ਤਾਂ ਸਮਾਜ ਦਾ ਸੁਧਾਰ ਹੋ ਜਾਏਗਾ। ਅਗਰ ਕੋਈ ਨਿਰਸਵਾਰਥ ਵਿਅਕਤੀ ਕਰਪਸ਼ਨ ਨਹੀਂ ਕਰਨ ਦੇ ਰਿਹਾ, ਇੱਕ ਚੰਗੀ ਗਵਰਨੈਂਸ ਦੇਣੀ ਚਾਹੁੰਦਾ ਕੋਈ ਪਾਰਟੀ ਜਾਂ ਕੋਈ ਰਾਜ, ਉਹਨੂੰ ਅਸੀਂ ਪੋਜ਼ਿਟਿਵਲੀ ਲਵਾਂਗੇ। ਬਿਲਕੁਲ ਠੀਕ ਹੈ। ਸੋ ਬਹੁਤੀ ਮੈਂ ਇਸ ਗਹਿਰਾਈ ਵਿੱਚ ਨਹੀਂ ਜਾਵਾਂਗਾ ਕਿਉਂਕਿ ਫਿਰ ਕੰਟਰੋਵਰਸੀ ਖੜ ਜਾਏਗੀ। ਹਾਂਜੀ। ਲੇਕਿਨ ਫਿਰ ਵੀ ਇੱਕ ਪੋਜ਼ਿਟਿਵ ਪੋਲਿਟਿਕਸ, ਇੱਕ ਨੈਗੇਟਿਵ ਪੋਲਿਟਿਕਸ ਨਖੇੜਾ ਤਾਂ ਕਰਨਾ ਪਏਗਾ। ਹਾਂਜੀ। ਬੇਸ਼ੱਕ ਜਿਹਨੂੰ ਅਸੀਂ ਪੋਜ਼ਿਟਿਵ ਰਾਜਨੀਤੀ ਵੀ ਕਹਿੰਦੇ ਹੈਗੇ ਆ, ਰਾਜਨੀਤੀ ਦਾ ਮਤਲਬ ਹੀ ਹੀਣ ਭਾਵਨਾ ਆ, ਹੀਣ ਭਾਵਨਾ ਦੀ ਪੂਰਤੀ, ਹੰਕਾਰ ਦੀ ਪੂਰਤੀ। ਜੀ ਜੀ। ਸੋ ਇਹਦੇ ਵਿੱਚ ਆਵਾਮ ਕੀ ਕਰੇ? ਆਵਾਮ ਨੂੰ ਡਿਸਾਈਡ ਕਰਨਾ ਪੈਂਦਾ ਆ ਕਿ ਕੌਣ ਘੱਟ ਗੰਦਾ ਆ ਤੇ ਕੌਣ ਵੱਧ ਗੰਦਾ ਆ। ਅੱਜ ਤੱਕ ਅਸੀਂ ਵੱਧ ਗੰਦਿਆਂ ਦੀ ਹੀ ਕਲਚਰ ਦੇ ਥੱਲੇ ਆਪਣੇ ਆਪ ਨੂੰ ਕੰਡੀਸ਼ਨਡ ਕਰਦੇ ਆ ਰਹੇ ਹੈਗੇ ਆ। ਬਿਲਕੁਲ ਠੀਕ ਹੈ। ਸੋ ਇਸ ਲਈ ਇਹ ਜੋ ਕੁਝ ਵੀ ਇਸ ਵਕਤ ਹੋ ਰਿਹਾ, ਪਹਿਲਾਂ ਤਾਂ ਇਹਨੂੰ ਮੈਂ ਧਰਮ ਦੇ ਨਜ਼ਰੀਏ ਤੋਂ ਲਵਾਂਗਾ ਕਿ ਇਹ ਹੰਕਾਰ ਪੂਰਤੀ ਦਾ ਇੱਕ ਵਸੀਲਾ ਹੈ ਰਾਜਨੀਤੀ। ਜੀ ਜੀ। ਐਂਡ ਉਹਦੇ ਵਿੱਚ ਸਾਡੇ ਵਾਸਤੇ ਜਿਹੜਾ ਸਾਡਾ ਆਪੋਜ਼ਿਟ ਹੁੰਦਾ, ਸਾਡਾ ਮਕਸਦ ਉਹਨੂੰ ਢਾਉਣਾ ਹੁੰਦਾ, ਉਹਦੀ ਜਗ੍ਹਾ ਮੈਂ ਲੈਣੀ ਆ, ਇਹ ਕਿਉਂ ਉੱਥੇ ਬੈਠ ਗਿਆ। ਇਹ ਰਾਜਨੀਤੀ ਦੀ ਇਹ ਦੌੜ ਹੈ। ਮੈਂ ਤਾਂ ਕਹਾਂਗਾ ਆਪਣੇ ਜੀਵਨ ਕਾਲ ਦੇ ਵਿੱਚ ਸਾਡੀ ਖੁਸ਼ਕਿਸਮਤੀ ਰਹੀ ਕਿ ਪਿਛਲੇ 6 ਸਾਲ ਤੋਂ ਸਾਨੂੰ ਇੱਕ ਪੋਜ਼ਿਟਿਵ ਰਾਜਨੀਤੀ ਦੇਖਣ ਨੂੰ ਮਿਲੀ। ਜੀ। ਅੱਜ ਵੀ ਇਹ ਜੋ ਵਿਅਕਤੀ ਪ੍ਰਾਈਮ ਮਿਨਿਸਟਰ ਹੈ ਸਾਡਾ, ਉਹਨੂੰ ਮੈਂ ਲੇਬਲ ਕਰਾਂਗਾ ਨਿਰਸਵਾਰਥ, ਡੈਡੀਕੇਟਿਡ ਟੂ ਦਾ ਕਾਜ਼ ਆਫ ਦਾ ਮਾਸਿਸ, ਟੂ ਦਾ ਕਾਜ਼ ਆਫ ਦਾ ਨੇਸ਼ਨ, ਟੂ ਦਾ ਕਾਜ਼ ਆਫ ਦਾ ਭਾਰਤ। ਜੀ। ਸੋ ਸਾਨੂੰ ਤਾਂ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਹਿੰਦੂ ਦਰਸ਼ਨ ਵੀ ਹੈ, ਕੋਈ ਭਾਰਤੀ ਦਰਸ਼ਨ ਵੀ ਹੈ। ਉਸ ਭਾਰਤੀ ਦਰਸ਼ਨ ਵਿੱਚ ਇਤਨੀ ਗਹਿਰਾਈ ਦੇ ਵਿੱਚ ਸਾਇੰਟੀਫਿਕ ਉਹਦਾ ਆਧਾਰ ਹੈ। ਉਸ ਨੂੰ ਭੁਲਾਉਣ ਵਾਸਤੇ ਪਿਛਲੇ 100 ਸਾਲ 'ਚ, ਪਿਛਲੇ 70 ਸਾਲ ਦੇ ਵਿੱਚ ਇੰਨੇ ਅਡੰਬਰ ਰਚੇ ਹਿੰਦੁਸਤਾਨ ਵਿਰੋਧੀ ਤਾਕਤਾਂ ਨੇ, ਚਾਹੇ ਪੱਛਮ ਦੀਆਂ ਤਾਕਤਾਂ ਨੇ, ਚਾਹੇ ਬ੍ਰਿਟਿਸ਼ਰ ਸੀ, ਚਾਹੇ ਯੂਰਪੀਅਨ ਸੀਗੇ, ਚਾਹੇ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਹੈ। ਜੀ। ਉਹਨਾਂ ਦੇ ਵਾਸਤੇ ਪੁਆੜ ਦੀ ਜੜ ਸਿਰਫ ਇੱਕੋ ਹੀ ਹੈ, ਭਾਰਤੀ ਦਰਸ਼ਨ। ਇਹ ਲੜਾਈ ਕੋਈ ਇਹਨਾਂ ਦੀ ਨਹੀਂ ਹੈਗੀ, ਕਿਸਾਨਾਂ ਵਰਸਸ ਗਵਰਨਮੈਂਟ ਨਹੀਂ ਹੈਗੀ। ਇਹ ਇੱਕ ਇੰਟਰਨੈਸ਼ਨਲ ਆਈਡੀਓਲੋਜੀਕਲ ਐਂਡ ਸਿਵਲਾਈਜੇਸ਼ਨਲ ਵਾਰ ਹੈ। ਹਾਂਜੀ। ਜਿਹਦੇ ਵਿੱਚ ਪਹਿਲੀ ਵਾਰ ਹਿੰਦੁਸਤਾਨ ਦਾ ਜਿਹੜਾ ਆਵਾਮ ਹੈ ਉਹਨੂੰ ਸਮਝ ਆਈ ਕਿ ਸਾਡੀ ਇੱਕ ਸੰਸਕ੍ਰਿਤ ਬੋਲੀ ਹੈ, ਐਂਡ ਸੰਸਕ੍ਰਿਤ ਬੋਲੀ 'ਚ ਇੰਨਾ ਮਹਾਨ ਦਰਸ਼ਨ ਪਿਆ, ਉਹਦਾ ਐਡਾ ਮਹਾਨ ਸਾਇੰਟੀਫਿਕ ਬੇਸ ਹੈ, ਉਹਦੇ ਵਿੱਚ ਇਤਨੀ ਮਹਾਨ ਆਯੁਰਵੇਦ ਹੈ, ਉਹਦੇ ਵਿੱਚ ਸਾਮਵੇਦ 'ਚ ਇਤਨਾ ਮਹਾਨ ਮਿਊਜ਼ਿਕ ਪਿਆ ਆ। ਕੋਈ ਚੀਜ਼ ਰਹਿਣ ਹੀ ਨਹੀਂ ਦਿੱਤੀ, ਚਾਹੇ ਉਹ ਟੈਕਨੋਲੋਜੀ ਹੈ ਤੇ ਚਾਹੇ ਮੈਡੀਕਲ ਸਾਇੰਸ ਹੈ ਜਾਂ ਨਾਨ ਮੈਡੀਕਲ ਸਾਇੰਸ ਹੈ, ਜਿਹੜੀ ਸਾਡੀ ਸੰਸਕ੍ਰਿਤ ਦੇ ਵਿੱਚ, ਸਾਡੇ ਗ੍ਰੰਥਾਂ ਵਿੱਚ ਨਹੀਂ ਹੈ। ਸਾਨੂੰ ਉਹਦੇ ਨੇੜੇ ਨਹੀਂ ਲੱਗਣ ਦਿੱਤਾ। ਆਈ ਐਮ ਅਸ਼ੇਮਡ ਆਫ ਦਿਸ।
ਕਿ ਮੇਰੇ ਵਰਗੇ ਲੋਕਾਂ ਨੂੰ ਚੁੱਕ ਕੇ ਡਾਕਟਰ ਬਣਾਤਾ, ਇੰਜੀਨੀਅਰ ਬਣਾਤਾ ਕਿ ਲਓ ਤੁਸੀਂ ਵੈਸਟਰਨ ਕੰਟਰੀ ਦੀ ਸੇਵਾ ਕਰੋ, ਕਿ ਜੋ ਸਾਡਾ ਆਪਣਾ ਹੈ ਉਸ ਨੂੰ ਭੁੱਲ ਜਾਓ। ਸੋ ਇਸ ਲਈ ਜੋ ਵੀ ਮੂਵਮੈਂਟ ਚੱਲਦੀ ਪਈ ਹੈ ਉਹਦੀ ਜਿਹੜਾ ਪਿਛੋਕੜ ਹੈ ਉਹ ਕੋਈ ਕਿਸਾਨਾਂ ਦੇ ਬਿੱਲ ਨਹੀਂ, ਇਹ ਇੱਕ ਆਈਡੀਓਲੋਜੀਕਲ ਵਾਰ ਹੈ। ਅੱਛਾ, ਇੱਥੇ ਅੱਗੇ ਕੰਟੀਨਿਊ ਕਰਦੇ ਆ। ਇਹ ਜਦੋਂ ਜਿਹੜੀ ਭਾਰਤ ਦੀ ਇੰਨੀ ਰਿਚ ਸੰਸਕ੍ਰਿਤੀ ਸੀ, ਜਦੋਂ ਅੰਗਰੇਜ਼ ਆਏ ਉਦੋਂ ਤੋਂ ਇਹੋ ਸਾਜ਼ਿਸ਼ਾਂ ਹੋ ਗਈਆਂ ਇੱਥੇ, ਜਾਂ ਪਹਿਲਾਂ ਤਾਂ ਬੜੀ ਸੋਹਣੀ ਪ੍ਰਫੁੱਲਤ ਹੋ ਰਹੀ ਸੀ? ਪਹਿਲਾਂ ਬਹੁਤ ਅੱਛੀ ਸੀ। ਰਾਦਰ ਮੇਰੀ ਇੱਕ ਆਬਜ਼ਰਵੇਸ਼ਨ ਹੈ ਇਹ, ਹਾਂਜੀ, ਕਿ ਜਿਤਨੇ ਵੀ ਅਸੀਂ ਮੁਸਲਿਮ ਇਨਵੇਡਰਸ ਜਾਂ ਇਸਲਾਮਿਕ ਇਨਵੇਡਰਸ ਤਾਂ ਕਹਿੰਦੇ ਆ, ਹਾਂਜੀ, ਪਰ ਉਹ ਸਾਡੇ ਆਂਢ ਗੁਆਂਢ ਚ ਉੱਠ ਕੇ ਆਏ ਸੀਗੇ। ਆਂਢ ਗੁਆਂਢ ਚ ਆਏ ਸੀ। ਤੇ ਇੰਡੀਆ ਐਡਾ ਵਾਸਟ ਸੀਗਾ, ਅਖੰਡ ਭਾਰਤ ਐਡਾ ਵਾਸਟ ਸੀਗਾ ਕਿ ਜਿਹੜੇ ਪਿਰਾਮਿਡਸ ਨੇ ਇਜਿਪਟ ਦੇ, ਉੱਥੇ ਤੱਕ ਤੇ ਇੱਧਰੋਂ ਇੰਡੋਨੇਸ਼ੀਆ ਐਂਡ ਮਲੇਸ਼ੀਆ ਤੱਕ ਫੈਲਿਆ ਹੋਇਆ ਸੀ। ਜੀ ਜੀ। ਉਹ ਕੁਝ ਉਹਨਾਂ ਦੇ ਪਾਸ ਸਾਡੇ ਸੰਸਕਾਰ ਸੀਗੇ। ਇਹੀ ਵਜ੍ਹਾ ਹੈਗੀ ਆ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਜੋ ਮਿਊਜ਼ਿਕ ਦੀ ਡਿਵੈਲਪਮੈਂਟ ਹੋਈ, ਕਲਾ ਦੀ, ਕਲਚਰ ਦੀ, ਤੇ ਹੋਰ ਕੋਈ ਆਰਕੀਟੈਕਟ ਵੀ ਹੋਇਆ, ਉਹਦੇ ਵਿੱਚ ਅਸੀਂ ਉਹਨੂੰ ਐਕਸੈਪਟ ਕੀਤਾ। ਹਾਂਜੀ, ਅਮੀਰ ਖੁਸਰੋ ਸਾਡਾ ਇੱਕ ਹਿੱਸਾ ਬਣ ਗਿਆ, ਐਂਡ ਇਹ ਕਲਚਰ ਸਾਡਾ ਇੱਕ ਹਿੱਸਾ ਬਣ ਗਿਆ ਜੋ ਆਂਢ ਗੁਆਂਢ ਚ ਉੱਠ ਕੇ ਆਇਆ ਸੀਗਾ। ਜੀ ਜੀ। ਕਿਉਂਕਿ ਸਾਡੀ ਭਾਰਤੀ ਦਰਸ਼ਨ ਦੇ ਵਿੱਚ ਇੱਥੋਂ ਦੇ ਬਸ਼ਿੰਦਿਆਂ ਨੂੰ, ਜਿਨ੍ਹਾਂ ਨੂੰ ਅਸੀਂ ਹਿੰਦੂ ਕਹਿੰਦੇ ਆ ਜਾਂ ਆਰੀਆਵਰਤ ਕਹਿੰਦੇ ਹੈਗੇ ਹਾਂ, ਸਾਡੇ ਇੱਕ ਸੰਸਕਾਰਾਂ 'ਚ ਇੱਕ ਬਹੁਤ ਵੱਡਾ ਕਰੈਕਟਰ ਹੈ ਟੋਲਰੈਂਸ। ਹਾਂਜੀ। ਕਿਉਂ ਹੈ ਕਿ ਅਸੀਂ ਕਹਿੰਦੇ ਆ ਕਿ ਹਰ ਪ੍ਰਾਣੀ ਪਰਮਾਤਮਾ ਦਾ ਜੀਵ ਹੈ, ਹਾਂਜੀ, ਐਂਡ ਉਹ ਐਕਸੈਪਟਡ ਹੈ। ਉਹ ਮਾੜੇ ਤੋਂ ਮਾੜਾ ਵੀ ਹੋ ਜਾਏ, ਗਲਤ ਤੋਂ ਗਲਤ ਵੀ ਹੋ ਜਾਏ, ਰਾਵਣ ਤੋਂ ਵੀ ਭੈੜਾ ਹੋ ਜਾਏ, ਲੇਕਿਨ ਉਹ ਸਾਡਾ ਆ, ਉਹ ਪ੍ਰਾਣੀ ਹੈ, ਉਹ ਮਨੁੱਖ ਹੈ, ਪਰਮਾਤਮਾ ਦਾ ਰੂਪ ਹੈ। ਇਸੇ ਕਰਕੇ ਭਾਰਤੀ ਦਰਸ਼ਨ ਨੂੰ ਅਸੀਂ ਹੋਲਿਸਟਿਕ ਕਿਹਾ। ਇਹ ਕੰਪਲੀਟ ਹੈ। ਇਹ ਸ਼ੈਤਾਨ ਨੂੰ ਬਾਹਰ ਨਹੀਂ ਕੱਢਦਾ, ਇਹ ਮੌਤ ਨੂੰ ਬਾਹਰ ਨਹੀਂ ਕੱਢਦਾ, ਮੌਤ ਨੂੰ ਬਰਾਬਰ ਰੱਖਦਾ ਜੀਵਨ ਦੇ। ਜਨਮ ਦੇ ਤੇ ਮੌਤ ਦਾ ਫਰਕ ਕੋਈ ਡਿਫਰੈਂਸ ਨਹੀਂ ਕਰਦਾ ਭਾਰਤੀ ਦਰਸ਼ਨ। ਸ਼ੈਤਾਨ ਨੂੰ ਤਾਂ ਬਾਹਰ ਕੱਢਦਾ ਨਹੀਂ ਗਾ। ਸੋ ਇਸ ਕਰਕੇ ਅਸੀਂ ਇਹਨੂੰ, ਸਾਡਾ ਇੱਕ ਸੰਸਕਾਰਿਤ ਚੱਲਿਆ ਆ ਰਿਹਾ ਲੱਖਾਂ ਸਾਲਾਂ ਦੀ ਸਿਵਲਾਈਜੇਸ਼ਨ ਦੇ ਵਿੱਚ ਇੱਕ ਸੰਸਕਾਰ ਬਣ ਗਿਆ ਕਿ ਅਸੀਂ ਟੋਲਰੈਂਟ ਬਹੁਤ ਆ, ਹਰ ਇੱਕ ਨੂੰ ਜੀਆਂ ਕਹਿੰਦੇ ਜਾਂ ਤੂੰ ਵੀ ਠੀਕ ਹੈ ਜਾਂ ਤੂੰ ਵੀ ਠੀਕ ਹੈ, ਕਿਉਂਕਿ ਆਪਣੀ ਬੁੱਧੀ ਦੇ ਮੁਤਾਬਕ ਉਹ ਠੀਕ ਜਦ ਗਲਤ ਹੋਵੇ, ਪਰ ਸਾਡੇ ਹੁੰਦਾ ਹੈ ਕਿ ਇਹਦੀ ਬੁੱਧੀ ਤੱਕ ਸੀਮਿਤ ਆ, ਇਹਦੀ ਆਪਣੀ ਅੰਡਰਸਟੈਂਡਿੰਗ ਆ, ਉਹਦੇ ਮੁਤਾਬਕ ਇਹ ਵੀ ਠੀਕ ਹੈ। ਜੀ ਜੀ। ਅਸੀਂ ਹਰ ਵਿਅਕਤੀ ਨੂੰ ਇਸ ਠੀਕ ਹੈ ਕਿ ਐਕਸੈਪਟ ਕਰਦੇ ਗਏ। ਹਾਂਜੀ ਹਾਂਜੀ। ਉਹਦੇ ਨਾਲ ਜਿਹੜੇ ਸਾਡੇ ਆਂਢ ਗੁਆਂਢ ਚ ਉੱਠ ਕੇ ਆਏ ਸੀਗੇ, ਉਹਨਾਂ ਨੇ ਤਾਂ ਸਾਡੇ ਇਸ ਕਲਚਰ ਨੂੰ ਬਹੁਤਾ ਤੰਗ ਨਹੀਂ ਕੀਤਾ। ਸਾਡੇ ਹੈਰੀਟੇਜ ਨੂੰ, ਸਾਡੀ ਸੰਸਕ੍ਰਿਤੀ ਨੂੰ ਅਸੀਂ ਉਹਨਾਂ ਨੂੰ ਲੈ ਕੇ ਸਮਾਂ ਕੇ ਹੋਰ ਵਿਕਾਸ ਕੀਤਾ। ਲੇਕਿਨ ਪਿਛਲੇ 150-200 ਸਾਲ ਚ ਜਦੋਂ ਬ੍ਰਿਟਿਸ਼ਰਸ ਐਂਡ ਫੋਰਨਰਸ ਆਏ, ਯੂਰਪੀਅਨ ਆਏ, ਤੇ ਚਾਹੇ ਉਹ ਮੈਕੈਲਫ ਹੈ ਤੇ ਚਾਹੇ ਮੈਕੈਲੇ ਹੈ, ਆਰਥਰ ਮੈਕੈਲੇ ਕਿਹੜੇ ਨੇ, ਇਹਨਾਂ ਨੇ ਆ ਕੇ ਦੇਖਿਆ ਕਿ ਜੇ ਹਿੰਦੁਸਤਾਨ ਤੇ ਰੂਲ ਕਰਨਾ ਤਾਂ ਪਹਿਲਾਂ ਆਗੇ ਜੋ ਇਹਨਾਂ ਦਾ ਬੇਸ ਹੈ, ਜੋ ਰੂਟ ਹੈ, ਜੋ ਹੈਰੀਟੇਜ ਹੈ, ਜੋ ਸੰਸਕ੍ਰਿਤੀ ਹੈ, ਜੋ ਇਹਨਾਂ ਦਾ ਐਜੂਕੇਸ਼ਨ ਸਿਸਟਮ ਹੈ, ਜੋ ਗੁਰੂਕੁਲ ਨੇ, ਜੋ ਹੋਰ ਚੀਜ਼ਾਂ ਨੇ, ਇਹਨਾਂ ਨੂੰ ਤਬਾਹ ਕਰੋ। ਇਹਨਾਂ ਜਗ੍ਹਾ ਆਪਣਾ ਇੱਕ ਮਾਡਰਨ ਸਿਸਟਮ ਆਫ ਐਜੂਕੇਸ਼ਨ ਲਿਆਂਦਾ। ਉਸ ਮਾਡਰਨ ਸਿਸਟਮ ਆਫ ਐਜੂਕੇਸ਼ਨ ਵਿੱਚ ਪ੍ਰਾਇਮਰੀ ਸਕੂਲ, ਮਿਡਲ ਸਕੂਲ ਸਾਰੇ ਚੱਲੇ, ਐਂਡ ਉਹਦੇ ਵਿੱਚ ਹੀ ਸ਼ੁਰੂ ਹੋਇਆ ਵੈਸਟਰਨ ਲਿਟਰੇਚਰ। ਐਂਡ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਉਹਦੇ ਵਿੱਚ ਹੀ ਆ ਗਿਆ ਮਾਰਕਸਿਜ਼ਮ। ਇਹ ਕਾਂਗਰਸ ਲਿਟਰੇਚਰ, ਕਾਂਗਰਸ ਕਲਚਰ ਅੰਗਰੇਜ਼ ਨੇ ਦੀ ਨਹੀਂ ਰੱਖੀ। ਉਦੋਂ ਹੀ ਜਦੋਂ ਕੋਈ ਕਾਂਗਰਸ ਪਾਰਟੀ ਦੀ ਨਹੀਂ ਰੱਖੀ ਗਈ 1899 ਜਾਂ 90 ਸੀ ਮੇਰੇ ਖਿਆਲ, 73 ਹਾਂ ਹਾਂ 1880 ਸ਼ਾਇਦ ਸੀ ਇੱਥੇ ਕਿਤੇ 73 ਰੱਖੀ ਜਾਂਦੀ ਹੈਗੀ, 90 ਰੱਖੀ। ਸੋ ਉਦੋਂ ਜਦੋਂ ਨਹੀਂ ਰੱਖੀ, ਉਦੋਂ ਉਹੀ ਮਾਰਕਸਵਾਦ ਦਾ ਸਮਾਂ ਸੀਗਾ, ਉਹੀ ਮਾਡਰਨ ਇੰਗਲਿਸ਼, ਮਾਡਰਨ ਲਿਟਰੇਚਰ, ਮਾਡਰਨ ਪੋਇਟਰੀ, ਐਂਡ ਉਹੀ ਸਮਾਂ ਹੈ 19ਵੀਂ ਸਦੀ ਦਾ ਆਖਰੀ 30-32 ਸਾਲ ਨੇ, ਉਹੀ ਰਿਫਾਰਮ ਦੇ ਸਾਲ ਨੇ। ਮਦਨ ਮੋਹਨ ਕਿਹੜਾ ਸੀਗਾ, ਉਹ ਐਮਨ ਰਾਏ ਦੀ ਮੂਵਮੈਂਟ, ਪੰਜਾਬ ਦੇ ਵਿੱਚ ਆਰੀਆ ਸਮਾਜ ਮੂਵਮੈਂਟ, ਦੱਖਣ ਦੇ ਵਿੱਚ ਹੋਰ ਮੂਵਮੈਂਟਸ ਜਿੰਨੀਆਂ ਵੀ ਆ, ਮੈਂ ਉਹਨਾਂ ਦੇ ਨਾਂ ਨਹੀਂ ਬਹੁਤੇ ਲੈਣਾ ਚਾਹਾਂਗਾ, ਜਿੰਨੀਆਂ ਵੀ ਇਹ 19ਵੀਂ ਸਦੀ ਦੇ ਆਖਰੀ 25-30 ਸਾਲ ਚ ਖੜੀਆਂ ਕੀਤੀਆਂ, ਆਲ ਵਰ ਸਪੋਰਟਡ ਬਾਈ ਦਾ ਬ੍ਰਿਟਿਸ਼ਰਸ। ਤੁਸੀਂ ਹੈਰਾਨ ਹੋਵੋਗੇ ਕਿ 1905 ਦੇ ਵਿੱਚ ਮੇਰਾ ਖਿਆਲ ਹੈ ਕਿ 1857 ਦੀ ਮਿਊਟਨੀ ਦੀ ਕਿਤਾਬ ਜਿਹੜੀ ਸੀ, ਉਹ ਇੱਕ ਹਿੰਦੂ ਚਿੰਤਕ ਹੈ ਵੀਰ ਸਾਵਰਕਰ ਆ। ਹਾਂਜੀ ਹਾਂਜੀ, ਮੈਂ ਕਿਹਾ ਉਹਦੀ ਕਿਤਾਬ ਆ ਉਹ ਵੀਰ ਸਾਵਰਕਰ। ਹਾਂਜੀ, ਦੇਖ ਲੈਣਾ ਹੈ। ਹਾਂਜੀ, ਉਹ ਕਿਤਾਬ ਇਤਨੀ ਜ਼ਬਰਦਸਤ ਸੀ, ਜਦੋਂ ਕਿਤਾਬ ਛਪਦੀ ਹੈਗੀ ਆ ਤਾਂ ਉਸ ਵਕਤ
ਕਾਂਗਰਸ ਅਜੇ ਨਵੀਂ ਸ਼ੁਰੂ ਹੋਈ ਸੀ, ਮਾਰਕਸਵਾਦ ਦਾ ਬੋਲਬਾਲਾ ਅਜੇ ਨਹੀਂ ਸੀ, ਲੇਕਿਨ ਉਸ ਕਿਤਾਬ ਨੇ ਇੱਕ ਬਿਪਤਾ ਪਾਤੀ ਅੰਗਰੇਜ਼ ਨੂੰ, ਐਂਡ ਉਹ ਕਿਤਾਬ ਤੋਂ ਬਾਅਦ ਉਹ ਕਿਤਾਬ ਬੈਨ ਕਰਤੀ। ਐਂਡ ਅੰਗਰੇਜ਼ ਨੇ ਪਹਿਲਾਂ ਪ੍ਰਚਾਰ ਕੀਤਾ ਕਿ ਭਾਰਤੀ ਸੰਸਕ੍ਰਿਤੀ, ਭਾਰਤੀ ਹੈਰੀਟੇਜ ਨੂੰ, ਇਸ ਐਜੂਕੇਸ਼ਨ ਸਿਸਟਮ ਜੇ ਤੁਸੀਂ ਬੜਾਵਾ ਦੇਤਾ ਤਾਂ ਤੁਸੀਂ ਰਾਜ ਨਹੀਂ ਕਰ ਸਕਦੇ। ਉਦੋਂ ਹੀ ਇਹ ਮਾਰਕਸਵਾਦ ਤੋਂ ਪ੍ਰਭਾਵਿਤ, ਕਾਂਗਰਸ ਤੋਂ ਪ੍ਰਭਾਵਿਤ ਇੱਕ ਰਾਜਨੀਤੀ ਸ਼ੁਰੂ ਹੋ ਗਈ। ਉਸ ਰਾਜਨੀਤੀ ਦਾ ਮਕਸਦ ਅੱਜ ਤੱਕ ਇਹੀ ਰਿਹਾ ਕਿ ਹਿੰਦੁਸਤਾਨ ਦੀ ਇਹ ਜਿਹੜੀ ਕਾਂਸ਼ੀਅਸਨੈਸ ਓਰੀਐਂਟਡ ਵਿਰਾਸਤ ਹੈ, ਇਹ ਨਹੀਂ ਹੋਣੀ ਚਾਹੀਦੀ ਅੱਗੇ। ਇਹ ਇੱਕ ਇਹੋ ਜਿਹੀ ਖਤਰਨਾਕ ਚੀਜ਼ ਹੈਗੀ ਆ। ਦੂਜੀ ਖਤਰਨਾਕ, ਮੈਂ ਤੁਹਾਨੂੰ ਹੋਰ ਚੀਜ਼ ਦੱਸਣੀ ਚਾਹਾਂਗਾ, ਸਾਰੀ ਦੁਨੀਆ ਨੇ ਬਾਕੀ ਲੋਕਾਂ, ਬਾਕੀ ਕੰਟਰੀਜ਼ ਉੱਪਰ ਹਮਲੇ ਕਰਕੇ ਆਪਣੀਆਂ ਕਲੋਨੀਜ਼ ਬਣਾਈਆਂ ਜੀ। ਭਾਰਤ ਨੇ ਕਦੇ ਹਮਲਾ ਨਹੀਂ ਕੀਤਾ। ਬਟ ਇਹਦੀ ਜਿਹੜੀ ਇਹ ਵਿਚਾਰਧਾਰਾ ਹੈ, ਇਹ ਦੁਨੀਆ ਦੇ ਹਰ ਕੋਨੇ ਤੇ ਪਹੁੰਚੀ ਆ ਵਿਦਆਊਟ ਐਨੀ ਇਨਵੇਸ਼ਨ। ਭਾਰਤ ਨੇ ਮਿਲਟਰੀਲੀ ਕੋਈ ਹਮਲਾ ਨਹੀਂ ਕੀਤਾ, ਲੇਕਿਨ ਭਾਰਤ ਦੀ ਇਹ ਆਯੁਰਵੇਦ, ਭਾਰਤ ਦਾ ਇਹ ਯੋਗ, ਭਾਰਤ ਦਾ ਇਹ ਪ੍ਰਾਣਾਯਾਮ, ਭਾਰਤ ਦੀ ਮੈਡੀਟੇਸ਼ਨ, ਭਾਰਤ ਦਾ ਮਿਊਜ਼ਿਕ, ਕੋਈ ਇਹੋ ਜਿਹੀ ਥਾਂ ਨਹੀਂ ਹੈ ਦੁਨੀਆ ਦੀ ਜਿਹਦੇ ਵਿੱਚ ਕਿ ਇਹ ਸਾਡੀ ਕਾਂਸ਼ੀਅਸਨੈਸ ਨਹੀਂ ਪਹੁੰਚੀ। ਇਨਫੀਰੀਅਰਿਟੀ ਕੰਪਲੈਕਸ ਇੰਨਾ ਖਤਰਨਾਕ ਹੁੰਦਾ, ਉਹ ਕਦੇ ਜਾਰੀ ਨਹੀਂ ਸਕਦਾ ਕਿ ਦੂਜਾ ਵਿਅਕਤੀ ਮੇਰੇ ਨਾਲੋਂ ਜ਼ਿਆਦਾ ਤਕੜਾ, ਦੂਸਰਾ ਵਿਅਕਤੀ ਮੇਰੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਆ, ਦੂਸਰੇ ਵਿਅਕਤੀ ਪਾਸ ਮੇਰੇ ਨਾਲੋਂ ਜ਼ਿਆਦਾ ਸਾਇੰਸ ਐਂਡ ਟੈਕਨੋਲੋਜੀ ਹੈ। ਉਹ ਸਾਨੂੰ ਸਟੀਫਨ ਹਾਕਿੰਗ ਪੜ੍ਹਾਉਣਗੇ, ਆਇਨਸਟਾਈਨ ਦੀ ਥਿਊਰੀ ਪੜ੍ਹਾਉਣਗੇ, ਨਿਊਟਨ, ਪ੍ਰੋਟੋਨ, ਐਰਾ ਵਗੈਰਾ ਪੜ੍ਹਾਉਣਗੇ, ਲੇਕਿਨ ਸਾਨੂੰ ਕਦੇ ਆਹ ਨਹੀਂ ਦੱਸਣ ਦੇਣਗੇ ਕਿ ਇਹ ਰਜਸ ਤਮਸ ਸਤਵ ਕੀ ਸੀਗੇ। ਸਾਡੀ ਆਪਣੀ ਸਾਇੰਸ ਸਾਨੂੰ ਨੇੜੇ ਨਹੀਂ ਲੱਗਣ ਦਿੱਤਾ। ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ। ਕੌਣ ਕਰ ਰਿਹਾ? ਜੋ ਇਨਫੀਰੀਅਰਿਟੀ ਕੰਪਲੈਕਸ ਤੋਂ ਪੀੜਤ ਹੈ। ਚਲੋ, ਆਪਣੇ ਪ੍ਰੋਗਰਾਮ ਦੇ 5-6 ਮਿੰਟ ਰਹਿ ਗਏ ਹੈਗੇ ਆ। ਇਹਨੂੰ ਹਾਂਜੀ, ਮੈਂ ਇਹੀ ਕਰਾਂਗਾ ਕਿ ਜੋ ਕੁਝ ਚੱਲਦਾ ਪਿਆ, ਹਾਂਜੀ, ਇਹ ਬੇਹੋਸ਼ ਵਿਅਕਤੀ ਦੀ ਮੂਵਮੈਂਟ ਆ। ਹਾਂਜੀ ਹਾਂਜੀ, ਅਗਰ ਇਹ ਲੋਕ ਧਾਰਮਿਕ ਹੋਣ, ਹਾਂਜੀ, ਮੇਰੇ ਵਾਸਤੇ ਧਰਮ ਹੈ ਹੋਸ਼। ਹੋਸ਼ਮਈ ਤੁਸੀਂ ਹੋਵੋਗੇ ਤਾਂ ਕਦੇ ਕੋਈ ਗਲਤ ਕੰਮ ਨਹੀਂ ਹੋਵੇਗਾ। ਨੰਬਰ 1, ਹੋਸ਼ਮਈ ਹੋਵੋਗੇ ਤਾਂ ਦੂਸਰਾ ਗਲਤ ਨਹੀਂ ਹੋ ਸਕਦਾ। ਹਾਂਜੀ, ਉਹ ਵੀ ਇੱਕ ਕੁਦਰਤ ਦਾ ਭੇਜਿਆ ਹੋਇਆ ਨਿਮਿਤ ਹੈ, ਉਹਦਾ ਇੱਕ ਏਜੰਟ ਹੈ, ਪਰਮਾਤਮਾ ਨੇ ਭੇਜਿਆ ਹੈ, ਉਹ ਆਪਣਾ ਪਾਰਟ ਪਲੇ ਕਰੇਗਾ। ਹੋਸ਼ਮਈ ਹੋਵੋਗੇ ਤਾਂ ਤੁਸੀਂ ਹੰਕਾਰ ਤੋਂ ਕਦੇ ਪੀੜਤ ਨਹੀਂ ਹੋ ਸਕਦੇ। ਹੋਸ਼ਮਈ ਹੋਵੋਗੇ ਤਾਂ ਤੁਸੀਂ ਕ੍ਰੋਧ ਤੋਂ ਕਦੇ ਨਹੀਂ ਪੀੜਤ ਹੋ ਸਕਦੇ। ਹੋਸ਼ਮਈ ਹੋਵੋਗੇ ਤਾਂ ਦੂਸਰੇ ਨੂੰ ਤੁਸੀਂ ਐਕਸਪਲਾਇਟ ਹੀ ਨਹੀਂ ਕਰ ਸਕਦੇ। ਹੋਸ਼ਮਈ ਹੋਵੋਗੇ ਤਾਂ ਦੂਸਰੇ ਦੇ ਪਿੱਛੇ ਤੁਸੀਂ ਲੱਗ ਹੀ ਨਹੀਂ ਸਕਦੇ। ਕੋਈ ਤੁਹਾਨੂੰ ਇੱਕ ਝੂਠ ਫਰੇਬੀ ਸਲੋਗਨ ਲਗਾ ਕੇ ਤੁਹਾਡੀਆਂ ਜ਼ਮੀਨਾਂ ਖੁੱਸ ਜਾਣੀਆਂ ਜੀ, ਇੱਕ ਨੁਕਤਾ ਜਿਹਦੀ ਸਾਰੀ ਕੋਈ ਬੁਨਿਆਦ ਨਹੀਂ ਗਈ, ਇੱਕ ਇੰਨਾ ਭਰਮ ਪਾ ਦਿੱਤਾ ਪੰਜਾਬ ਦੇ ਕਿਸਾਨਾਂ, ਤੁਹਾਡੀਆਂ ਜ਼ਮੀਨਾਂ ਖੁੱਸ ਜਾਣੀਆਂ ਜਿਹਦੇ ਮੈਨੇ ਕੁਛ ਨਹੀਂ ਗਏ। ਮੈਂ ਹੈਰਾਨ ਹੁੰਦਾ ਹੈਗਾ ਕਿ ਸਾਡੀ ਪੰਜਾਬ ਦੀ ਕਿਸਾਨੀ, ਮੈਂ ਕਿ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਪੰਜਾਬ ਦੀ ਜਿਹੜੀ ਕਿਸਾਨੀ ਹੈਗੀ ਐਜੂਕੇਸ਼ਨਲੀ ਬੈਕਵਰਡ ਆ। ਹੁਣ ਮੈਂ ਦੇਖ ਰਿਹਾ ਕਿ ਪੰਜਾਬ ਦੀ ਕਿਸਾਨੀ ਇੰਟੈਲੈਕਚੁਅਲੀ ਬੈਕਵਰਡ ਆ। ਕੋ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਬਈ ਕਿ ਵੀ ਇਹ ਕੀ ਕੀਤਾ ਜਾ ਰਿਹਾ। ਕਿਸੇ ਨੇ ਕਹਿ ਦਿੱਤਾ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ, ਤੁਸੀਂ ਇਸ ਪਾਸੇ ਨੂੰ ਉਤਰੇ ਕਿਉਂ? ਕਿ ਬੇਹੋਸ਼ ਨੇ। ਬੁੱਧੀ ਤੋਂ ਅਸੀਂ ਇੰਟੈਲੈਕਚੁਅਲੀ ਬੈਕਵਰਡ, ਐਜੂਕੇਸ਼ਨ ਬੈਕਵਰਡ ਅਸੀਂ ਹੈਗੇ ਆ। ਮੈਂ ਤੁਹਾਨੂੰ ਦੱਸਿਆ ਕਿ ਮੈਂ ਬਹਿਰੀਨ ਜਾਂਦਾ ਹੁੰਦਾ ਸੀਗਾ, ਉੱਥੇ ਮੈਂ ਦੇਖਣਾ ਕਿ ਸਾਊਥ ਇੰਡੀਆ ਦੇ ਬੱਚੇ, ਹਾਈਲੀ ਇੰਟੈਲੀਜੈਂਟ ਬੱਚੇ, 10-12 ਜਮਾਤਾਂ ਹੀ ਪਾਸ ਕੀਤੀਆਂ, ਉਹ ਤਾਂ ਏਸੀ ਰੂਮ 'ਚ ਕੰਮ ਕਰਦੇ ਆ। ਕਿ ਸਾਡੇ ਪੰਜਾਬ ਦੇ ਮੁੰਡੇ ਪੱਥਰ ਢੋਂਡ ਰਹੇ ਹੋ, ਮਡੇਰ ਮਾਰੇ ਹੋ ਆ, ਲਾਲ ਰੰਗ ਹੋਏ ਹੋ ਆ, ਬੈਰਕਾਂ 'ਚ ਰਹਿ ਰਹੇ ਹੈਗੇ ਆ। ਹਾਂਜੀ, ਮੈਨੂੰ ਉਦੋਂ ਆਇਆ ਕਿ ਜੇ ਸਾਊਥ ਇੰਡੀਆ ਦੇ ਬੱਚੇ ਆ ਕੇ ਇੱਥੇ ਅੰਗਰੇਜ਼ੀ 10-12 ਪਾਸ ਕਰਕੇ ਅੰਗਰੇਜ਼ੀ ਦੇ ਸੈਂਟੈਂਸ ਬੋਲ ਕੇ ਐਡੀ ਸੋਹਣੀ ਜੌਬ ਕਰ ਸਕਦੇ ਆ, ਤੇ ਸਾਡੇ ਪੰਜਾਬ ਦੇ ਨਿਆਣਿਆਂ ਨੂੰ ਕੀ ਬਿਮਾਰੀ ਪਈ ਹੋ ਆ? ਇਹ ਕਿਉਂ ਨਹੀਂ ਪੜ੍ਹਦੇ? ਇਹਨਾਂ ਦਿਮਾਗਾਂ 'ਚ ਕਿਉਂ ਫਸਿਆ ਆ ਕਿ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਜਾਣਾ ਆ, ਨਹੀਂ ਜਾਂ ਗਏ ਤਾਂ ਗਲਫ ਕੰਟਰੀ ਪਹੁੰਚ ਪਾਂਗੇ। ਇਹ ਇਹਨਾਂ ਦੀ ਐਜੂਕੇਸ਼ਨ ਬੈਕਵਰਡਨੈਸ ਦੇ ਉੱਪਰ ਕੋਈ ਪੰਜਾਬੀ ਜੱਟ ਸਿੱਖ ਕੋਈ ਧਿਆਨ ਨਹੀਂ ਦੇ ਰਿਹਾ। ਕਿਸੇ ਨੇ ਲਾਇਆ ਮੋਰਚਾ ਕਿ ਅਸੀਂ ਆਪਣੇ ਬੱਚੇ ਪੜ੍ਹਾਉਣੇ ਆ? ਨਹੀਂ, ਕਿਸੇ ਨੇ ਡਿਮਾਂਡ ਕੀਤੀ। ਕਦੇ ਕਿਸੇ ਨੇ ਮੰਗ ਕੀਤੀ ਹੈਗੀ ਆ ਕਿ ਇਹਨਾਂ ਨੂੰ ਇੰਟੈਲੈਕਚੁਅਲ ਬੈਕਵਰਡਨੈਸ ਨੂੰ ਖਤਮ ਕੀਤਾ ਜਾਵੇ? ਨਹੀਂ। ਆਹ ਇੰਟੈਲੈਕਚੁਅਲ ਬੈਕਵਰਡਨੈਸ ਹੈ ਕਿ 2-4 ਮਾਰਕਸਿਸਟ ਲੀਡਰ ਆ ਕੇ ਤੁਹਾਨੂੰ ਕਹਿ ਦੇਣ ਕਿ ਤੁਹਾਡੇ ਨਾਲ ਇੱਦਾਂ ਹੋ ਜਾਣਾ ਆ, ਜਾਂ ਇੱਕ
ਝੂਠੀ ਵਾਹ ਵਾਲਾ ਪੋਲੀਟੀਕਲ ਆਪਣੀ ਰਾਜਨੀਤੀ ਚਮਕਾਉਣ ਲਈ ਕਹਿ ਦੇਵੇ ਕਿ ਤੁਹਾਡੀ ਜ਼ਮੀਨ ਖੋ ਜਾਣੀ ਹੈਗੀ ਆ, ਤੇ ਤੁਸੀਂ ਉਹਦੇ ਨਾਲ ਉਤਰੋ। ਇਤਨੇ ਬੇਹੋਸ਼। ਸੋ ਇਸ ਲਈ ਇਹ ਬੇਹੋਸ਼ੀ ਐਂਡ ਅਧਰਮ ਦੇ ਵਿੱਚੋਂ ਨਿਕਲੀ ਹੋਈ ਇਹ ਮੂਵਮੈਂਟ ਹੈ। ਪਰ ਇਹ ਯਾਦ ਰੱਖਿਓ, ਅਧਰਮ ਦੇ ਪੈਰ ਨਹੀਂ ਹੁੰਦੇ। ਫਾਰ ਦੀ ਟਾਈਮ ਬਿੰਗ ਛਲਾਵਾ ਹੁੰਦਾ, ਲੱਗਦਾ ਕਿ ਇਹੀ ਸੱਚ ਆ, ਬਟ ਆਫਟਰ ਸਮ ਟਾਈਮਸ ਕਿਉਂਕਿ ਉਹ ਉਧਾਰੇ ਪੈਰ ਲੈ ਕੇ ਚੱਲ ਰਿਹਾ ਹੁੰਦਾ। ਜੀ ਜੀ। ਸੋ ਇਸ ਲਈ ਮੇਰਾ ਜੋ ਨਿਰਣਾ ਹੈ ਇਸ ਮੂਵਮੈਂਟ ਦੇ ਪ੍ਰਤੀ, ਉਹ ਉਹੀ ਧਰਮ ਤੇ ਅਧਰਮ ਤੇ ਹੋਸ਼ ਤੇ ਬੇਹੋਸ਼ੀ ਹੀ ਉਹਦਾ ਆਧਾਰ ਰਹੇਗਾ। ਐਂਡ ਮੇਰੀ ਅਪੀਲ ਹੈ ਆਪਣੇ ਵੀਰਾਂ ਨੂੰ ਕਿ ਵੀਰੋ, ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਓ, ਸਮਝਣ ਦੀ ਕੋਸ਼ਿਸ਼ ਕਰਿਓ। ਧਰਮ ਵੱਲ ਮੁੜੋ, ਹੋਸ਼ ਵੱਲ ਮੁੜੋ। ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵੀਰ ਦੀ ਪਾਈ ਸੀਗੀ ਹਾਂਜੀ ਆਪਣਾ ਵੀਡੀਓ। ਉਹ ਵੰਡੋ ਤਾਂ ਸਹੀ, ਦੱਸੋ ਤਾਂ ਸਹੀ ਕਿ ਵੀ ਇਹ ਅਸੀਂ ਕਰਨਾ ਹੈ ਕੀ, ਇਹ ਰੂਲ ਕੀ ਨੇ। ਇਹ ਕਿਸੇ ਨੂੰ ਪਤਾ ਹੀ ਨਹੀਂਗਾ। ਬਸ ਇੱਕ ਹੋਕਾ ਦੇਤਾ ਕਿ ਤੁਹਾਡੀ ਜ਼ਮੀਨ ਖੋਹ ਲੈਣੀ ਅਡਾਨੀ ਅੰਬਾਨੀ ਨੇ। ਇਹ ਤੋਂ ਮੈਨੂੰ ਯਾਦ ਆ ਗਿਆ, ਮੈਂ 2 ਮਿੰਟ ਹੋਰ ਲੈਣੇ ਚਾਹਾਂਗਾ। ਨੋ ਮੀਸ਼ੇ ਦੀ ਕਵਿਤਾ ਹੈ, ਪੱਤੀ ਪੱਤੀ ਵਲੂੰਦਰੀ ਗਈ ਉਸਦੀ, ਸ਼ਰਫ ਕਰਦਾ ਸੀ ਜਿਸ ਪੰਜਾਬ ਦੀ ਗੱਲ। ਜੀ। ਇਹ ਪੰਜਾਬ ਜਿਹੜਾ ਅਕਲੀ ਲਦਾਖ ਤੋਂ ਲੈ ਕੇ ਦਿੱਲੀ ਤੱਕ ਸੀ, ਉਹ ਵਲੂੰਦਰ ਹੋਣ ਤੋਂ ਬਾਅਦ ਪਠਾਨਕੋਟ ਤੋਂ ਲੈ ਕੇ ਸ਼ੰਭੂ ਤੱਕ ਰਹਿ ਗਿਆ। ਜੀ। ਉਹ ਪੰਜਾਬ ਜਿਸ ਦੇ ਵਿੱਚ ਕਿਸੇ ਜ਼ਮਾਨੇ OCM ਮਿਲ, ਧਾਲੀਵਾਲ ਮਿਲ, ਬਾਬਾ ਸਕਿਨ ਕੰਪਨੀ, APJ, ਮਿੱਤਲ, ਮੁੰਜਲ, ਅਗਰਵਾਲ ਬੜੇ ਸੋਹਣੇ ਇੰਡਸਟਰੀ ਚਲਾ ਰਹੇ ਸੀਗੇ। ਪੰਜਾਬ 'ਚ ਕੋਈ ਇੰਡਸਟਰੀ ਨਹੀਂ ਰਹੀ। ਐਗਰੀਕਲਚਰ ਦੇ ਵਿੱਚ ਵੀ ਅਸੀਂ ਹਿਮਾਚਲ ਤੋਂ ਵੀ ਪਿੱਛੇ ਰਹਿ ਗਏ। ਅੱਜ ਪੰਜਾਬ ਦੀ ਪੋਜੀਸ਼ਨ ਟੋਟਲ ਹਿੰਦੁਸਤਾਨ 'ਚ 15ਵੀਂ ਆ। ਜੀ। ਐਜੂਕੇਸ਼ਨ ਬੈਕਵਰਡਨੈਸ, ਇੰਡਸਟਰੀਅਲ ਬੈਕਵਰਡਨੈਸ, ਐਗਰੀਕਲਚਰ ਅਸੀਂ ਪਿੱਛੇ ਰਹਿ ਗਏ। ਇਹਦਾ ਕੌਣ ਜ਼ਿੰਮੇਵਾਰ ਆ? ਉੱਪਰੋਂ ਅਸੀਂ ਕਹਿੰਦੇ ਹੈਗੇ ਆ ਕਿ ਅਸੀਂ ਕਿਸੇ ਨੂੰ ਵੀ ਐਂਟਰਪ੍ਰੀਨਰ ਨੂੰ ਇੱਥੇ ਵੜ ਨਹੀਂ ਦੇਣਾ। ਸਿੱਖ ਡੋਮੀਨੈਂਟ ਨੇ। ਮੈਂ ਇਹਨਾਂ ਨੂੰ ਸਵਾਲ ਪੁੱਟ ਕਰਦਾ ਹਾਂ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ, ਬਾਤ तो तेरी रहबरी की है, ये तो बता जे कारबा क्यों लुटा, ये पंजाब अज क्यों बर्बाद होया, इकनॉमिक बर्बरता पंजाब दी, ये वलुंदरी गई मानसिकता, वलुंदरी गई आर्थिकता क्यों हुई? जवाब उसका पर साहब एक ही है, अधर्म ते बेहोशी। अध्यात्म निकेतन के प्लेटफार्म तो मेरी ये कोशिश है कि ਇਹ ਜਾਗਰਨ ਦਾ, ਹੋਸ਼ ਦਾ ਸੁਨੇਹਾ ਐਂਡ ਵਾਸਤਵਿਕ ਧਰਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਂਦੇ ਹੋਏ ਇਹ ਥੋੜਾ ਜਿਹਾ ਆਪਣਾ ਕੰਪੈਸ਼ਨ ਤੇ ਲਵ ਬਣ ਸਕਾਂ। ਇੱਕ ਵਾਰ ਫਿਰ ਬਹੁਤ ਆਪ ਸਭ ਕੇ बीच स्वयं प्रकाश। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ ਸਰ।